हाँ जी ਡੀਅਰ ਸਟੂਡੈਂਟਸ, अपना नैक्सट चैप्टर ਆਪਾਂ ਅੱਜ ਦੇ ਲੈਕਚਰ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਟੌਪਿਕ ਹੈਗਾ ਤੁਹਾਡੇ ਕੋਲ ਆਈਗਨ ਵੈਲਿਊਜ਼ ਐਂਡ ਕੈਲੇ ਹੈਮਿਲਟਨ ਥਿਊਰਮ। ਤਾਂ ਇਹਦੇ ਵਿੱਚੋਂ ਬੱਚੇ ਤੁਹਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਈਗਨ ਵੈਲਿਊਜ਼ ਕੀ ਹੁੰਦੀਆਂ ਨੇ। ਤਾਂ ਉਹਦੇ ਵਾਸਤੇ ਪਹਿਲਾਂ ਤੁਹਾਨੂੰ ਕੁਝ ਬੇਸਿਕ ਜਿਹੀਆਂ ਮੈਟ੍ਰਿਸਿਸ ਦੀਆਂ ਡੈਫੀਨੇਸ਼ਨਸ ਕਰਵਾਵਾਂਗੇ, ਹੈ ਨਾ। ਅੱਜ ਪਹਿਲਾਂ ਵੈਸੇ ਤੁਸੀਂ ਸਾਰਿਆਂ ਨੇ ਇਹ ਸਾਰੀਆਂ ਕੀਤੀਆਂ ਹੋਈਆਂ ਨੇ। ਜਿਵੇਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਂਦੀ ਹੈ ਸਿਮੈਟਰਿਕ ਐਂਡ ਸਕਿਊ ਸਿਮੈਟਰਿਕ ਮੈਟ੍ਰਿਕਸ, ਠੀਕ ਹੈ। ਸਿਮੈਟਰਿਕ ਐਂਡ ਸਕਿਊ ਸਿਮੈਟਰਿਕ ਮੈਟ੍ਰਿਕਸ। ਸਿਮੈਟਰਿਕ ਮੈਟ੍ਰਿਕਸ ਕੀ ਹੁੰਦੀ ਹੈ? ਕਹਿੰਦੇ ਐਨੀ ਮੈਟ੍ਰਿਕਸ, ਐਨੀ ਸਕੁਅਰ ਮੈਟ੍ਰਿਕਸ A equal to Aij is said to be symmetric if and only if Aij equal to Aj। ਮੀਨਸ ਕੀ ਹੋ ਗਿਆ ਕਿ ਅਗਰ ਕਿਸੇ ਮੈਟ੍ਰਿਕਸ ਦਾ ਟਰਾਂਸਪੋਜ਼ ਕਰਕੇ ਸੇਮ ਬਣ ਜਾਵੇ, ਸੇਮ ਮੈਟ੍ਰਿਕਸ ਆ ਜਾਵੇ, ਤਾਂ ਉਹ ਮੈਟ੍ਰਿਕਸ ਨੂੰ ਆਪਾਂ ਕਹਿ ਦਿੰਦੇ ਹਾਂ ਸਿਮੈਟਰਿਕ ਮੈਟ੍ਰਿਕਸ। ਜਿਵੇਂ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈਗੀ ਹੈ, ਜਿਵੇਂ ਇੱਥੇ ਹੈਗਾ AHG HBF GF ਐਂਡ C। ਜਦੋਂ ਤੁਸੀਂ ਇਸ ਮੈਟ੍ਰਿਕਸ ਦਾ ਟਰਾਂਸਪੋਜ਼ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਉਹ ਸੇਮ ਬਣ ਜਾਣੀ ਹੈ ਤੁਹਾਡੇ ਕੋਲ। ਉਹਦੇ ਵਿੱਚ ਉਹ ਵਾਲੀ ਮੈਟ੍ਰਿਕਸ ਅਤੇ ਇਹ ਵਾਲੀ ਮੈਟ੍ਰਿਕਸ ਦੇ ਵਿੱਚ ਕੋਈ ਡਿਫਰੈਂਸ ਨਹੀਂ ਰਹੂਗਾ, ਤਾਂ ਦੈਟ ਮੀਨਸ ਇਹ ਮੈਟ੍ਰਿਕਸ ਸਿਮੈਟਰਿਕ ਮੈਟ੍ਰਿਕਸ ਹੈ, ਠੀਕ ਹੈ ਜੀ। ਨੈਕਸਟ ਤੁਹਾਡੇ ਕੋਲ ਆ ਜਾਂਦਾ ਸਕਿਊ ਸਿਮੈਟਰਿਕ ਮੈਟ੍ਰਿਕਸ। ਐਨੀ ਸਕੁਅਰ ਮੈਟ੍ਰਿਕਸ A is said to be skew symmetric matrix if Aij equal to minus of Aj। ਮੀਨਸ ਕਿ ਅਗਰ A ਟਰਾਂਸਪੋਜ਼ ਕਰਨ ਤੋਂ ਬਾਅਦ, ਜਿਵੇਂ A ਮੰਨ ਲਓ ਕਿ A ਟਰਾਂਸਪੋਜ਼ ਕਰਨ ਤੋਂ ਬਾਅਦ ਮਾਈਨਸ ਆਫ A ਦੇ ਇਕੁਅਲ ਆ ਜਾਵੇ, ਤਾਂ ਉਹਨੂੰ ਆਪਾਂ ਬੋਲ ਦਿੰਦੇ ਹਾਂ ਸਕਿਊ ਸਿਮੈਟਰਿਕ ਮੈਟ੍ਰਿਕਸ, ਠੀਕ ਹੈ ਜੀ। ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈਗੀ ਹੈ, ਬੁੱਕ ਦੇ ਵਿੱਚ ਦਿੱਤੀ ਵੀ ਹੋਈ ਹੈ, 0 -H minus of G H 0 -F G F and 0, ਠੀਕ ਹੈ ਜੀ। ਤਾਂ ਹੁਣ ਜਦੋਂ ਤੁਸੀਂ ਇਸ ਮੈਟ੍ਰਿਕਸ ਦਾ ਟਰਾਂਸਪੋਜ਼ ਕਰੋਗੇ ਤਾਂ ਉਹ ਮੈਟ੍ਰਿਕਸ ਦਾ ਟਰਾਂਸਪੋਜ਼ ਕੀ ਆ ਜਾਊਗਾ? 0 H G। ਸਪੋਜ਼ ਇਹ A ਮੈਟ੍ਰਿਕਸ ਹੈ ਅਤੇ A ਦਾ ਟਰਾਂਸਪੋਜ਼ ਤੁਸੀਂ ਫਾਈਂਡ ਕਰ ਰਹੇ ਹੋ, -H 0 F -G -F and 0, ਠੀਕ ਹੈ ਜੀ। ਤਾਂ ਜਦੋਂ ਤੁਸੀਂ ਇਸ ਮੈਟ੍ਰਿਕਸ ਦਾ ਟਰਾਂਸਪੋਜ਼ ਕਰੋਗੇ ਤਾਂ ਤੁਹਾਡੇ ਕੋਲ ਮਾਈਨਸ ਕਾਮਨ ਕੱਢਣ ਤੋਂ ਬਾਅਦ ਇਹ ਚੀਜ਼ ਆ ਜਾਣੀ ਹੈ 0 H G -H 0 F -G -F and 0, ਠੀਕ ਹੈ ਜੀ। ਤਾਂ ਹੁਣ ਤੁਸੀਂ ਦੇਖੋ ਕਿ ਜੋ ਇਹ ਮੈਟ੍ਰਿਕਸ ਬਣੀ ਹੈ ਇਹ ਤੁਹਾਡੇ ਕੋਲ A ਦੇ ਨਾਲ ਬਿਲਕੁਲ ਸੇਮ ਹੈ, ਤਾਂ ਇਹ ਤੁਸੀਂ ਇਹਨੂੰ ਲਿਖ ਸਕਦੇ ਹੋ ਮਾਈਨਸ ਆਫ A, ਠੀਕ ਹੈ। ਤਾਂ ਹੁਣ ਤੁਸੀਂ ਦੇਖੋ ਇਹਦੇ ਵਿੱਚੋਂ A ਟਰਾਂਸਪੋਜ਼ ਇਕੁਅਲ ਟੂ ਮਾਈਨਸ ਆਫ A ਆ ਗਿਆ, ਤਾਂ ਦੈਟ ਮੀਨਸ A ਇਜ਼ ਅ ਸਕਿਊ ਸਿਮੈਟਰਿਕ ਮੈਟ੍ਰਿਕਸ। ਸਕਿਊ ਸਿਮੈਟਰਿਕ ਮੈਟ੍ਰਿਕਸ ਦੀ ਇੱਕ ਪ੍ਰੋਪਰਟੀ ਹੋਰ ਹੁੰਦੀ ਹੈ ਕਿ ਇਹਦੀਆਂ ਜਿਹੜੀਆਂ ਡਾਇਗਨਲ ਐਂਟਰੀਜ਼ ਹੁੰਦੀਆਂ ਨੇ ਉਹ ਸਾਰੇ ਦੀਆਂ ਸਾਰੀਆਂ 0 ਹੁੰਦੀਆਂ, ਠੀਕ ਹੈ। ਬਟ ਇਹ ਕੰਡੀਸ਼ਨ ਸਕਿਊ ਸਿਮੈਟਰਿਕ ਦੇ ਵਿੱਚ ਨਹੀਂ ਜ਼ਰੂਰੀ ਹੁੰਦੀ, ਤਾਂ ਇਹ ਸਕਿਊ ਸਿਮੈਟਰਿਕ ਮੈਟ੍ਰਿਕਸ ਦੇ ਵਿੱਚ ਡਾਇਗਨਲ ਐਂਟਰੀਜ਼ 0 ਹੀ ਹੁੰਦੀਆਂ ਨੇ, ਤਾਂ ਇੱਥੇ ਧਿਆਨ ਦੇਣ ਵਾਲੀ ਗੱਲ ਹੈ। ਨੈਕਸਟ ਆਪਣੇ ਕੋਲ ਆ ਜਾਂਦੀ ਹੈ ਹਰਮੀਸ਼ੀਅਨ ਮੈਟ੍ਰਿਕਸ। ਹਰਮੀਸ਼ੀਅਨ ਮੈਟ੍ਰਿਕਸ ਕੀ ਹੁੰਦੀ ਹੈ? ਹਰਮੀਸ਼ੀਅਨ ਮੈਟ੍ਰਿਕਸ ਐਂਡ ਸਿਮੈਟਰਿਕ ਮੈਟ੍ਰਿਕਸ ਬੋਥ ਵੈਸੇ ਤਾਂ ਸਿਮਿਲਰ ਜੇ ਟੌਪਿਕ ਹੈ, ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਐਕਸਟਰਾ ਐਡ ਹੋ ਜਾਂਦੀ ਹੈ ਕਿ ਜੇ ਮੰਨ ਲਓ ਤੁਹਾਡੇ ਕੋਲ ਜਿਹੜੀਆਂ ਐਂਟਰੀਜ਼ ਨੇ ਮੈਟ੍ਰਿਸਿਸ ਦੀਆਂ, ਅਗਰ ਉਹ ਕੰਜੂਗੇਟ ਫਾਰਮ ਦੇ ਵਿੱਚ ਨੇ, ਹੈ ਨਾ, ਕੰਪਲੈਕਸ ਫਾਰਮ ਦੇ ਵਿੱਚ ਨੇ, ਤਾਂ ਜਦੋਂ ਤੁਸੀਂ ਕੰਜੂਗੇਟ ਕਰ ਦਿੰਦੇ ਹੋ ਜਾਂ ਉਹਦਾ ਟਰਾਂਸਪੋਜ਼ ਕਰ ਦਿੰਦੇ ਹੋ, ਦੋਨੋਂ ਆਪਰੇਸ਼ਨਸ ਟਰਾਂਸਪੋਜ਼ ਪਲੱਸ ਕੰਜੂਗੇਟ ਜਦੋਂ ਤੁਸੀਂ ਇਕੱਠੇ ਕਰ ਦਿੰਦੇ ਹੋ ਉਹਨੂੰ ਆਪਾਂ ਬੋਲ ਦਿੰਦੇ ਹਾਂ ਟ੍ਰਾਂਜੂਗੇਟ। ਮੀਨਸ ਅਗਰ ਕਿਸੇ ਵੀ ਮੈਟ੍ਰਿਕਸ ਦਾ ਤੁਸੀਂ ਟਰਾਂਸਪੋਜ਼ ਪਲੱਸ ਕੰਜੂਗੇਟ ਕਰਦੇ ਹੋ, ਜਿਵੇਂ ਦੇਖੋ ਟਰਾਂਸਪੋਜ਼ ਕੀਤਾ ਫਿਰ ਉਹਦਾ ਕੰਜੂਗੇਟ ਕੀਤਾ, ਇਹਨੂੰ ਆਪਾਂ ਸਿੰਬਲ ਦੇ ਦਿੰਦੇ ਹਾਂ A ਥੀਟਾ, ਠੀਕ ਹੈ। ਤਾਂ A ਥੀਟਾ ਦੇ ਨਾਲ ਤੁਸੀਂ ਕਿਹਾ ਕਿ ਅਗਰ ਟ੍ਰਾਂਜੂਗੇਟ ਕਰਨ ਤੋਂ ਬਾਅਦ ਕਿਸੇ ਮੈਟ੍ਰਿਕਸ ਦਾ A ਥੀਟਾ ਇਕੁਅਲਸ ਟੂ A ਆ ਜਾਵੇ ਤਾਂ ਉਸ ਮੈਟ੍ਰਿਕਸ ਨੂੰ ਆਪਾਂ ਹਰਮੀਸ਼ੀਅਨ ਮੈਟ੍ਰਿਕਸ ਬੋਲ ਦਿੰਦੇ ਹਾਂ। ਅਗਰ A ਥੀਟਾ ਇਕੁਅਲ ਟੂ ਮਾਈਨਸ ਆਫ A ਆ ਜਾਵੇ ਤਾਂ ਉਹਨੂੰ ਆਪਾਂ ਬੋਲ ਦਿੰਦੇ ਹਾਂ ਸਕਿਊ ਹਰਮੀਸ਼ੀਅਨ ਮੈਟ੍ਰਿਕਸ, ਠੀਕ ਹੈ ਜੀ। ਤਾਂ ਇੱਥੇ ਬੱਚੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਹਰਮੀਸ਼ੀਅਨ ਦਾ ਕੰਸੈਪਟ ਉਦੋਂ ਆਇਆ ਸੀ ਜਦੋਂ ਐਂਟਰੀਜ਼ ਜਿਹੜੀਆਂ ਨੇ ਮੈਟ੍ਰਿਕਸ ਦੀਆਂ ਉਹ ਕੰਪਲੈਕਸ ਹੋਣ, ਠੀਕ ਹੈ। ਜਦੋਂ ਐਂਟਰੀਜ਼ ਰੀਅਲ ਨੇ ਸਾਰੀਆਂ, ਉਹਨਾਂ ਦੇ ਵਿੱਚ ਕੋਈ ਆਇਟਾ ਨਹੀਂ ਹੈਗਾ, ਤਾਂ ਸਿਮੈਟਰਿਕ ਐਂਡ ਹਰਮੀਸ਼ੀਅਨ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਦੋਨੋਂ ਸੇਮ ਥਿੰਗ ਹੋ ਜਾਂਦੇ ਨੇ, ਠੀਕ ਹੈ।
ਨੈਕਸਟ ਬੱਚੇ ਤੁਹਾਡੇ ਕੋਲ ਆ ਜਾਂਦੀ ਹੈ ਟਾਈਪ ਯੂਨਿਟਰੀ ਮੈਟ੍ਰਿਕਸ ਦੀ। ਯੂਨਿਟਰੀ ਮੈਟ੍ਰਿਕਸ ਕੀ ਹੁੰਦੀ ਹੈ? ਯੂਨਿਟਰੀ ਮੈਟ੍ਰਿਕਸ ਹੁੰਦੀ ਹੈ ਕਿ ਅਗਰ ਤੁਸੀਂ ਕਿਸੇ ਮੈਟ੍ਰਿਕਸ ਦੇ ਨਾਲ ਉਹਦਾ ਟ੍ਰਾਂਜੂਗੇਟ ਕਰਕੇ ਉਹਦੇ ਨਾਲ ਮੈਟ੍ਰਿਕਸ ਮਲਟੀਪਲਾਈ ਕਰਦੇ ਹੋ ਤਾਂ ਦੈਟ ਸ਼ੁੱਡ ਬੀ ਆਇਡੈਂਟੀਟੀ। ਤਾਂ ਅਗਰ ਇਹ ਕੰਡੀਸ਼ਨ ਕੋਈ ਵੀ ਮੈਟ੍ਰਿਕਸ ਸੈਟਿਸਫਾਈ ਕਰ ਰਹੀ ਹੈ ਦੈਨ ਦੈਟ ਮੈਟ੍ਰਿਕਸ ਇਜ਼ ਯੂਨਿਟਰੀ ਮੈਟ੍ਰਿਕਸ। ਠੀਕ ਹੈ ਜੀ। ਨੈਕਸਟ ਆ ਜਾਂਦੀ ਹੈ ਤੁਹਾਡੇ ਕੋਲ ਔਰਥੋਗੋਨਲ ਮੈਟ੍ਰਿਕਸ। ਔਰਥੋਗੋਨਲ ਮੈਟ੍ਰਿਕਸ ਕੀ ਹੁੰਦੀ ਹੈ ਕਿ ਅਗਰ ਕਿਸੇ ਮੈਟ੍ਰਿਕਸ ਦਾ ਟਰਾਂਸਪੋਜ਼ ਕਰਕੇ ਪੀ ਦੇ ਨਾਲ ਮਲਟੀਪਲਾਈ ਕਰਕੇ ਆਇਡੈਂਟੀਟੀ ਬਣ ਰਿਹਾ ਹੈ ਤਾਂ ਉਸ ਮੈਟ੍ਰਿਕਸ ਨੂੰ ਆਪਾਂ ਬੋਲ ਦਾਂਗੇ ਔਰਥੋਗੋਨਲ ਮੈਟ੍ਰਿਕਸ। ਠੀਕ ਹੈ ਜੀ। ਇੱਥੇ ਗੱਲਾਂ ਕੁਝ ਧਿਆਨ ਦੇ ਕਿ ਅਗਰ ਕੋਈ ਮੈਟ੍ਰਿਕਸ ਯੂਨਿਟਰੀ ਹੈ ਤਾਂ ਔਰਥੋਗੋਨਲ ਵੀ ਹੋਣੀ ਹੈ, ਅਗਰ ਔਰਥੋਗੋਨਲ ਹੈ ਤਾਂ ਉਹ ਯੂਨਿਟਰੀ ਵੀ ਹੋਊਗੀ, ਬਟ ਕੰਡੀਸ਼ਨ ਇਹ ਹੈ ਕਿ ਦੈਟ ਸ਼ੁੱਡ ਬੀ ਦ ਰੀਅਲ ਮੈਟ੍ਰਿਕਸ। ਅਗਰ ਪੀ ਐਂਡ ਕਿਊ ਯੂਨਿਟਰੀ ਹੈ ਦੈਨ ਪੀ ਕਿਊ ਇਜ਼ ਆਲਸੋ ਯੂਨਿਟਰੀ। if P and Q are orthogonal then PQ is also orthogonal। ठीक है जी। नेक्स्ट आ जाता मैट्रिक्स पॉलीनोमियल। an expression of the form a0 x raised to power m plus a1 x raised to power m minus 1। ਇਹਦੇ ਵਿੱਚ ਤੁਸੀਂ ਦੇਖੋ ਕਿ ਅਗਰ ਤੁਸੀਂ ਕੋਈ ਵੇਰੀਏਬਲ ਲੈਂਦੇ ਹੋ, ਕੋਈ ਵੀ ਪੋਲੀਨੋਮੀਅਲ ਜਿਵੇਂ ਤੁਸੀਂ ਕੰਸੀਡਰ ਕੀਤੀ, ਸਪੋਜ਼ ਮੈਂ ਇੱਥੇ ਇੱਕ ਪੋਲੀਨੋਮੀਅਲ ਕੰਸੀਡਰ ਕਰ ਲਵਾਂ f(x) = x³ plus 3x the square plus 2x plus 1। ਠੀਕ ਹੈ। ਤਾਂ ਇਹ ਤੁਹਾਡੇ ਕੋਲ ਜਨਰਲ ਪੋਲੀਨੋਮੀਅਲ ਆ ਗਈ ਇਨ ਦਾ ਵੇਰੀਏਬਲ x। ਪਰ ਜਦੋਂ ਤੁਸੀਂ ਵੇਰੀਏਬਲ ਦੀ ਜਗ੍ਹਾ 'ਤੇ ਪੂਰੀ ਦੀ ਪੂਰੀ ਮੈਟ੍ਰਿਕਸ ਫੋਰਮ ਫਿਲ ਕਰਦੇ ਹੋ ਤਾਂ ਜਿਵੇਂ ਤੁਸੀਂ x ਦੀ ਜਗ੍ਹਾ 'ਤੇ ਮੈਟ੍ਰਿਕਸ ਪੁੱਟ ਕੀਤਾ ਤਾਂ ਤੁਹਾਡੇ ਕੋਲ ਬਣ ਜਾਣਾ a³ plus 3a² plus 2a plus 1 plus 1 ਨਹੀਂ ਲਿਖਾਂਗੇ, ਇੱਥੇ ਆਪਾਂ ਆਇਡੈਂਟੀਟੀ ਲਿਖਾਂਗੇ ਕਿਉਂਕਿ ਆਪਾਂ ਮੈਟ੍ਰਿਕਸ ਫੋਰਮ ਦੇ ਵਿੱਚ ਉਹਨੂੰ ਕਨਵਰਟ ਕਰਨ ਜਾ ਰਹੇ ਹਾਂ। ਤਾਂ ਇਹ ਜੋ ਪੋਲੀਨੋਮੀਅਲ ਬਣ ਜਾਂਦੀ ਹੈ ਇਹਨੂੰ ਆਪਾਂ ਕਹਿ ਦਿੰਦੇ ਹਾਂ ਮੈਟ੍ਰਿਕਸ ਪੋਲੀਨੋਮੀਅਲ। ਠੀਕ ਹੈ ਜੀ। ਨੈਕਸਟ ਆ ਜਾਂਦੀਆਂ ਨੇ ਆਈਗਨ ਵੈਲਿਊਜ਼ ਐਂਡ ਆਈਗਨ ਵੈਕਟਰਸ। ਕੀ ਹੁੰਦੇ ਆ ਮੈਟ੍ਰਿਸਿਸ ਦੇ? A be a square matrix of order n over a field F. A scalar lambda belongs to F is called an eigenvalue if there exists a non-zero vector enclosed one column matrix such that AX equal to lambda x। ਮੀਨਸ ਕੀ ਹੈ ਕਿ ਅਗਰ ਤੁਹਾਡੇ ਕੋਲ ਇਹ ਕੋਈ ਵੀ ਸਕੇਲਰ ਮੈਟ੍ਰਿਕਸ ਹੈ ਤਾਂ ਤੁਸੀਂ ਕੋਈ ਕੌਨਸਟੈਂਟ ਕੋਈ ਸਕੇਲਰ ਉਸ ਨੂੰ ਉਦੋਂ ਆਈਗਨ ਵੈਲਿਊ ਕਹਿ ਸਕਦੇ ਹੋ ਜਦੋਂ ਉਹਦੇ ਕਰਸਪੋਂਡਿੰਗ ਇੱਕ ਆਈਗਨ ਵੈਕਟਰ ਮੀਨਸ ਇੱਕ ਕਾਲਮ ਮੈਟ੍ਰਿਕਸ ਐਗਜ਼ਿਸਟ ਕਰੂਗੀ ਸੱਚ ਦੈਟ AX ਇਕੁਅਲ ਟੂ ਲੈਮਡਾ x। ਠੀਕ ਹੈ ਜੀ। ਤਾਂ ਬਟ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੇ ਆਪਾਂ ਕਾਲਮ ਮੈਟ੍ਰਿਕਸ ਕੰਸੀਡਰ ਕਰਦੇ ਹਾਂ ਉਹਦੇ ਵਿੱਚ ਜਿੰਨੀਆਂ ਵੀ ਐਂਟਰੀਜ਼ ਨੇ ਉਹ ਸਾਰੀਆਂ ਜ਼ੀਰੋ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਦੇ ਵਿੱਚੋਂ ਘੱਟੋ ਘੱਟ ਇੱਕ ਐਂਟਰੀ ਐਟਲੀਸਟ 1 ਐਂਟਰੀ ਨੋਨ ਜ਼ੀਰੋ ਹੋਣੀ ਚਾਹੀਦੀ ਹੈ। ਠੀਕ ਹੈ। ਤਾਂ ਹੀ ਆਪਾਂ ਉਹਨੂੰ ਆਈਗਨ ਵੈਕਟਰ ਕਹਿ ਸਕਦੇ ਹਾਂ, ਅਦਰਵਾਈਜ਼ ਉਹਨੂੰ ਆਈਗਨ ਵੈਕਟਰ ਨਹੀਂ ਕਹਿ ਸਕਦੇ। ਨੈਕਸਟ ਆ ਜਾਂਦਾ ਕਿ ਆਈਗਨ ਵੈਲਿਊਜ਼ ਦੇ ਅਦਰ ਨੇਮਸ ਨੇ ਜਿਨ੍ਹਾਂ ਨੂੰ ਆਪਾਂ ਲਿਖ ਸਕਦੇ ਨੇ। ਇਹ ਜ਼ਰੂਰੀ ਨਹੀਂ ਹੈਗਾ ਕਿ ਹਰ ਜਗ੍ਹਾ ਆਈਗਨ ਵੈਲਿਊ ਹੀ ਲਿਖਿਆ ਆਵੇ, ਤਾਂ ਕਈ ਜਗ੍ਹਾ ਪ੍ਰੋਪਰ ਵੈਲਿਊਜ਼, ਕਰੈਕਟਰਿਸਟਿਕ ਵੈਲਿਊਜ਼, ਲੇਟੈਂਟ ਰੂਟਸ ਜਾਂ ਸਪੈਕਟਰਲ ਵੈਲਿਊਜ਼, ਇਹ ਸਾਰੇ ਅਨਦਰ ਨੇਮਸ ਨੇ ਆਈਗਨ ਵੈਲਿਊਜ਼ ਦੇ। ਅਤੇ ਸੇਮ ਇਸੇ ਤਰ੍ਹਾਂ ਹੀ ਆਈਗਨ ਵੈਕਟਰਸ ਦੇ ਵੀ ਕੁਛ ਨੇਮਸ ਨੇ, ਪ੍ਰੋਪਰ ਵੈਕਟਰਸ, ਕਰੈਕਟਰਿਸਟਿਕ ਵੈਕਟਰਸ, ਲੇਟੈਂਟ ਵੈਕਟਰਸ ਐਂਡ ਸਪੈਕਟਰਲ ਵੈਕਟਰਸ। ਠੀਕ ਹੈ ਜੀ। ਤਾਂ ਫਿਰ ਨੈਕਸਟ ਸਪੈਕਟਰਮ ਕੀ ਹੁੰਦਾ ਹੈ? ਸਪੈਕਟਰਮ ਹੁੰਦਾ ਹੈ ਦ ਸੈਟ ਆਫ ਕਰੈਕਟਰਿਸਟਿਕ ਰੂਟਸ ਆਫ ਦ ਮੈਟ੍ਰਿਕਸ A। ਤਾਂ ਇੱਕ ਮੈਟ੍ਰਿਕਸ ਦੀਆਂ ਆਈਗਨ ਵੈਲਿਊਜ਼ ਜਿੰਨੀਆਂ ਵੀ ਆਉਂਦੀਆਂ ਨੇ ਉਹਨਾਂ ਨੂੰ ਅਗਰ ਆਪਾਂ ਇੱਕ ਸੈੱਟ ਦੀ ਫੋਰਮ ਦੇ ਵਿੱਚ ਲਿਖ ਦਿੰਦੇ ਹਾਂ ਤਾਂ ਉਸਨੂੰ ਆਪਾਂ ਉਸ ਮੈਟ੍ਰਿਕਸ ਦਾ ਸਪੈਕਟਰਮ ਬੋਲ ਦਿੰਦੇ ਹਾਂ। ਠੀਕ ਹੈ। ਅੱਛਾ, ਇੱਕ ਮੈਟ੍ਰਿਕਸ ਦੀਆਂ ਕਿੰਨੀਆਂ ਆਈਗਨ ਵੈਲਿਊਜ਼ ਹੁੰਦੀਆਂ ਨੇ ਮੈਕਸੀਮਮ? ਪਹਿਲਾਂ ਤਾਂ ਤੁਸੀਂ ਇਹ ਦੇਖੋ, ਆਈਗਨ ਵੈਲਿਊਜ਼ ਡਿਪੈਂਡ ਕਰਦੀਆਂ ਨੇ ਆਰਡਰ ਦੇ ਉੱਪਰ। ਅਗਰ ਕਿਸੇ ਮੈਟ੍ਰਿਕਸ ਦਾ ਆਰਡਰ 3x3 ਹੈ ਤਾਂ ਉਹਦੀਆਂ ਆਈਗਨ ਵੈਲਿਊਜ਼ 3 ਹੋਣਗੀਆਂ। ਠੀਕ ਹੈ। 3 ਆਈਗਨ ਵੈਲਿਊਜ਼। ਅਗਰ 2x2 ਦੀ ਸਕੁਏਅਰ ਮੈਟ੍ਰਿਕਸ ਹੈ ਦੈਨ ਆਈਗਨ ਵੈਲਿਊਜ਼ 2 ਹੋਣਗੀਆਂ ਕਾਊਂਟਿੰਗ ਦੇ ਵਿੱਚ। ਤਾਂ ਇਸ ਤਰੀਕੇ ਨਾਲ ਜਿੰਨੀਆਂ ਵੀ ਉਸ ਮੈਟ੍ਰਿਕਸ ਦਾ ਆਰਡਰ ਹੁੰਦਾ, ਸਕੁਏਅਰ ਮੈਟ੍ਰਿਕਸ ਦਾ ਆਰਡਰ ਹੁੰਦਾ, ਉਹਦੀਆਂ ਉਨੀਆਂ ਹੀ ਆਈਗਨ ਵੈਲਿਊਜ਼ ਹੁੰਦੀਆਂ ਨੇ। ਭਾਵੇਂ ਉਹਨਾਂ ਦੇ ਵਿੱਚੋਂ ਕੁਛ ਰਿਪੀਟ ਵੀ ਕਰ ਸਕਦੀਆਂ ਨੇ ਜਾਂ ਸਾਰੀਆਂ ਡਿਫਰੈਂਟ ਵੀ ਹੋ ਸਕਦੀਆਂ ਨੇ, ਇਹ ਗੱਲ ਧਿਆਨ ਰੱਖਿਓ। ਨੈਕਸਟ ਤੁਹਾਡੇ ਕੋਲ ਆ ਜਾਂਦਾ ਹੈ ਕਿ ਪ੍ਰੂਫ ਕਰਨਾ ਹੈ ਕਿ ਅਗਰ ਲੈਮਡਾ ਕੋਈ ਆਈਗਨ ਵੈਲਿਊ ਹੈ ਕਿਸੇ ਵੀ n ਰੋਡ ਸਕੁਏਅਰ ਮੈਟ੍ਰਿਕਸ ਦੀ, ਹੈ ਨਾ, ਓਵਰ ਅ ਫੀਲਡ F, ਇਫ ਐਂਡ ਓਨਲੀ ਇਫ ਡਿਟਰਮੀਨੈਂਟ ਆਫ A ਮਾਈਨਸ ਲੈਮਡਾ I ਇਕੁਅਲ ਟੂ 0। ਅੱਛਾ, ਹੁਣ ਆਪਾਂ ਨੇ ਪ੍ਰੂਫ ਕਿਵੇਂ ਕਰਨਾ ਹੈ ਕਿ ਕੋਈ ਨੰਬਰ ਆਈਗਨ ਵੈਲਿਊ ਹੈਗਾ ਜਾਂ ਨਹੀਂ ਹੈਗਾ? ਤਾਂ ਉਹਦੇ ਲਈ ਤੁਸੀਂ ਕੀ ਕਰੋਗੇ, A ਮੈਟ੍ਰਿਕਸ ਤੁਹਾਨੂੰ ਗਿਵਨ ਹੋਊਗੀ। ਤੁਸੀਂ ਇੱਕ ਚੀਜ਼ ਚੈੱਕ ਕਰਨੀ ਹੈ ਕਿ ਅਗਰ ਤੁਸੀਂ A ਮਾਈਨਸ ਲੈਮਡਾ I ਇੱਕ ਨਵੀਂ ਮੈਟ੍ਰਿਕਸ ਤੁਹਾਡੇ ਕੋਲ ਬਣ ਜੂਗੀ ਕਿਉਂਕਿ A ਆਲਰੇਡੀ ਮੈਟ੍ਰਿਕਸ ਹੈਗੀ ਹੈ।
ਤੇ ਲੈਮਡਾ ਕੋਈ ਕੌਂਸਟੈਂਟ ਹੈ। ਕੌਂਸਟੈਂਟ ਨੂੰ ਜਦੋਂ ਤੁਸੀਂ ਆਇਡੈਂਟੀਟੀ ਦੇ ਨਾਲ ਮਲਟੀਪਲਾਈ ਕਰੋਗੇ ਤਾਂ ਉਹ ਇੱਕ ਨਵੀਂ ਮੈਟ੍ਰਿਕਸ ਬਣ ਜੂਗੀ। ਫਿਰ ਉਹਨੂੰ ਤੁਸੀਂ A ਦੇ ਵਿੱਚੋਂ ਸਬਟਰੈਕਟ ਕਰਕੇ ਉਹਦਾ ਡਿਟਰਮੀਨੈਂਟ ਫਾਈਂਡ ਕਰੋਗੇ ਤਾਂ ਦੈਟ ਸ਼ੁੱਡ ਬੀ ਦਾ 0। ਅਗਰ ਕਿਸੇ ਲੈਮਡਾ ਦੇ ਕਰਸਪੋਂਡਿੰਗ ਇਹ ਡਿਟਰਮੀਨੈਂਟ ਦੀ ਵੈਲਿਊ 0 ਆ ਰਹੀ ਹੈ ਦੈਟ ਮੀਨਸ ਲੈਮਡਾ ਇਜ਼ ਐਨ ਆਈਗਨ ਵੈਲਿਊ। ਅਗਰ ਇਹ ਚੀਜ਼ 0 ਨਹੀਂ ਬਣਦੀ ਤਾਂ ਲੈਮਡਾ ਆਈਗਨ ਵੈਲਿਊ ਨਹੀਂ ਹੋ ਸਕਦਾ। ਤਾਂ ਹੁਣ ਇਹਦਾ ਪ੍ਰੂਫ ਵੀ ਤੁਸੀਂ ਦੇਖ ਸਕਦੇ ਹੋ, ਜਿਵੇਂ ਇਹਦੇ ਵਿੱਚ ਲੈਮਡਾ ਆਈਗਨ ਵੈਲਿਊ ਤੁਹਾਨੂੰ ਮੰਨ ਕੇ ਚੱਲਦੇ ਹਾਂ ਆਪਾਂ ਹੈ ਕਿ ਲੈਮਡਾ ਆਈਗਨ ਵੈਲਿਊ ਹੈ, ਤਾਂ ਬਾਈ ਡੈਫੀਨੇਸ਼ਨ ਆਫ ਆਈਗਨ ਵੈਲਿਊਜ਼ ਤਾਂ ਇਹਦੇ ਕਰਸਪੋਂਡਿੰਗ ਇੱਕ ਨੋਨ ਜ਼ੀਰੋ ਕਾਲਮ ਵੈਕਟਰ ਐਗਜ਼ਿਸਟ ਕਰਨਾ ਸੱਚ ਦੈਟ AX ਇਕੁਅਲ ਟੂ ਲੈਮਡਾ ਐਕਸ। ਤਾਂ ਹੁਣ ਤੁਸੀਂ ਲੈਮਡਾ ਐਕਸ ਨੂੰ ਲੈਫਟ ਹੈਂਡ ਸਾਈਡ 'ਤੇ ਲੈ ਕੇ ਤੁਸੀਂ ਇਹ ਚੀਜ਼ ਲਿਖ ਸਕਦੇ ਹੋ ਕਿ AX ਮਾਈਨਸ ਲੈਮਡਾ ਐਕਸ ਇਕੁਅਲ ਟੂ 0। ਦੈਨ ਫਿਰ ਇਹਨਾਂ ਦੋਵਾਂ ਦੇ ਵਿੱਚੋਂ ਐਕਸ ਵੈਕਟਰ ਨੂੰ ਪਿੱਛੇ ਕਾਮਨ ਕੱਢਣ ਤੋਂ ਬਾਅਦ ਤੁਹਾਡੇ ਕੋਲ ਇਹ ਚੀਜ਼ ਆ ਜਾਣੀ ਹੈ A ਮਾਈਨਸ ਲੈਮਡਾ ਆਈ ਐਕਸ ਇਕੁਅਲ ਟੂ 0। ਹੁਣ ਤੁਹਾਡੇ ਕੋਲ ਇਹਨਾਂ ਦੋ ਮੈਟ੍ਰਿਸਿਸ ਦਾ ਪ੍ਰੋਡਕਟ 0 ਹੈ ਦੈਟ ਮੀਨਸ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ 0 ਹੋ ਸਕਦਾ ਹੈ ਨਾ। ਤਾਂ ਇੱਥੇ ਤੁਹਾਡੇ ਕੋਲ ਇਹ ਕਲੀਅਰ ਹੈ ਕਿ ਡਿਟਰਮੀਨੈਂਟ ਆਫ A ਮਾਈਨਸ ਲੈਮਡਾ ਆਈ ਸ਼ੁੱਡ ਬੀ 0। ਠੀਕ ਹੈ ਜੀ। ਨੈਕਸਟ ਸੈਕਿੰਡ ਪਾਰਟ ਦੇ ਵਿੱਚ ਤੁਸੀਂ ਇਹਦਾ ਕਨਵਰਸਲੀ ਸ਼ੋ ਕਰ ਸਕਦੇ ਹੋ, ਮੀਨਸ ਕਿ ਤੁਸੀਂ ਡਿਟਰਮੀਨੈਂਟ ਆਫ A ਮਾਈਨਸ ਲੈਮਡਾ ਆਈ ਨੂੰ 0 ਲਿੱਤਾ, ਉਹਦੇ ਵਿੱਚੋਂ ਤੁਸੀਂ A ਮਾਈਨਸ ਲੈਮਡਾ ਆਈ ਦਾ ਡਿਟਰਮੀਨੈਂਟ ਨੂੰ X ਹੈਜ਼ ਅ ਟ੍ਰੀਵੀਅਲ ਸੋਲਿਊਸ਼ਨ। ਹੁਣ ਤੁਸੀਂ ਦੇਖੋ ਕਿ ਕਿਸੇ ਮੈਟ੍ਰਿਕਸ ਦਾ ਟ੍ਰੀਵੀਅਲ ਸੋਲਿਊਸ਼ਨ ਉਦੋਂ ਹੁੰਦਾ ਜਦੋਂ ਉਹਦਾ ਡਿਟਰਮੀਨੈਂਟ 0 ਹੁੰਦਾ ਹੈ। ਤਾਂ ਹੁਣ ਇੱਥੇ ਇਹਨੂੰ ਅਨਦਰ ਨੇਮ ਲੈ ਕੇ ਸਪੋਜ਼ BX ਇਕੁਅਲ ਟੂ 0 ਹੋਮੋਜੀਨੀਅਸ ਸਿਸਟਮ ਬਣ ਗਿਆ ਸੀ, ਤਾਂ ਉਹਦਾ ਯੂਨੀਕ ਸੋਲਿਊਸ਼ਨ ਤਾਂ ਹੀ ਹੋਊਗਾ ਨਾ ਅਗਰ ਉਹਦਾ ਡਿਟਰਮੀਨੈਂਟ ਮਤਲਬ ਉਹਦਾ ਸੋਲਿਊਸ਼ਨ ਤਾਂ ਹੋਊਗਾ X 0 ਨਹੀਂ ਹੋ ਸਕਦਾ, ਤਾਂ ਮੀਨਸ ਕਿ ਡਿਟਰਮੀਨੈਂਟ ਦੀ ਵੈਲਿਊ 0 ਆਣੀ ਹੈ। ਤਾਂ ਹੁਣ ਇਹ ਸਿਸਟਮ ਦਾ ਨੋਨ ਟ੍ਰੀਵੀਅਲ ਸੋਲਿਊਸ਼ਨ ਹੈ, ਤਾਂ ਮੀਨਸ AX ਮਾਈਨਸ ਲੈਮਡਾ ਐਕਸ ਇਕੁਅਲ ਟੂ 0। ਤਾਂ ਇੱਥੋਂ ਆ ਗਿਆ ਤੁਹਾਡੇ ਕੋਲ AX ਇਕੁਅਲ ਟੂ ਲੈਮਡਾ ਐਕਸ। ਤਾਂ ਇੱਥੋਂ ਯਾਦ ਰੱਖਿਓ ਕਿ ਲੈਮਡਾ ਆਈਗਨ ਵੈਲਿਊ ਤਦ ਹੋਣੀ ਹੈ ਅਗਰ ਤੁਹਾਡੇ ਕੋਲ A ਮਾਈਨਸ ਲੈਮਡਾ ਆਈ ਵਾਲੀ ਮੈਟ੍ਰਿਕਸ ਸਿੰਗੂਲਰ ਹੋਵੇ। ਠੀਕ ਹੈ। ਤਾਂ ਹੁਣ ਅਗਰ 0 ਕੋਈ ਵੀ ਆਈਗਨ ਵੈਲਿਊ ਹੈ ਕਿਸੇ ਵੀ ਮੈਟ੍ਰਿਕਸ ਦੀ ਦੈਟ ਮੀਨਸ ਮੈਟ੍ਰਿਕਸ ਵੀ ਸਿੰਗੂਲਰ ਹੋਣੀ ਚਾਹੀਦੀ ਹੈ। ਮੀਨਸ ਕਿ ਉਹ ਸਾਰੀਆਂ ਮੈਟ੍ਰਿਸਿਸ ਜਿਨ੍ਹਾਂ ਦਾ ਡਿਟਰਮੀਨੈਂਟ 0 ਹੋਵੇ ਤਾਂ ਉਸ ਮੈਟ੍ਰਿਕਸ ਦੀ ਇੱਕ ਆਈਗਨ ਵੈਲਿਊ 0 ਪੱਕਾ ਹੁੰਦੀ ਹੈ, ਯਾਦ ਰੱਖਿਓ। ਨੈਕਸਟ ਹੈਗਾ ਆਰਟੀਕਲ ਨੰਬਰ 5। ਇਹਦੇ ਵਿੱਚ ਹੈਗਾ ਕਿ X ਅਗਰ ਤੁਹਾਡੇ ਕੋਲ ਕੋਈ ਵੀ ਕਰੈਕਟਰਿਸਟਿਕ ਵੈਕਟਰ ਹੈ ਕਿਸੇ ਵੀ ਕਰੈਕਟਰਿਸਟਿਕ ਵੈਲਿਊ ਦਾ, ਤਾਂ ਅਗਰ ਤੁਸੀਂ KX ਲੈਂਦੇ ਹੋ ਮਤਲਬ ਉਸ ਦੇ ਨਾਲ ਕੋਈ ਕੌਂਸਟੈਂਟ ਮਲਟੀਪਲਾਈ ਕਰ ਦਿੰਦੇ ਹੋ ਤਾਂ ਉਹ ਵੀ ਕਰੈਕਟਰਿਸਟਿਕ ਵੈਕਟਰ ਬਣ ਜਾਂਦਾ ਲੈਮਡਾ ਦਾ। ਮੀਨਸ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਅਗਰ ਤੁਹਾਨੂੰ ਇੱਕ ਆਈਗਨ ਵੈਲਿਊ ਦੇ ਕਰਸਪੋਂਡਿੰਗ ਇੱਕ ਆਈਗਨ ਵੈਕਟਰ ਮਿਲ ਜਾਂਦਾ ਹੈ ਤਾਂ ਤੁਸੀਂ ਉਸ ਆਈਗਨ ਵੈਕਟਰ ਨੂੰ ਕਿਸੇ ਵੀ ਸਕੇਲਰ ਦੇ ਨਾਲ ਮਲਟੀਪਲਾਈ ਕਰਕੇ ਅਨਦਰ ਆਈਗਨ ਵੈਕਟਰ ਕੱਢ ਸਕਦੇ ਹੋ। ਬਟ ਇੱਥੇ ਯਾਦ ਰੱਖਿਓ ਕਿ ਜਿੰਨੇ ਮਰਜ਼ੀ ਤੁਸੀਂ ਆਈਗਨ ਵੈਕਟਰਸ ਬਣਾ ਲਓ ਬਟ ਆਈਗਨ ਵੈਲਿਊ ਸੇਮ ਰਹਿਣੀ ਹੈ, ਇੱਕੋ ਹੀ ਰਹਿਣੀ ਹੈ। ਤਾਂ ਇਹਦਾ ਮਤਲਬ ਹੋਇਆ ਕਿ ਇੱਕ ਆਈਗਨ ਵੈਲਿਊ ਦੇ ਕਰਸਪੋਂਡਿੰਗ ਤੁਸੀਂ ਕਿੰਨੇ ਆਈਗਨ ਵੈਕਟਰ ਫਾਈਂਡ ਕਰ ਸਕਦੇ ਹੋ, ਇਨਫਾਈਨਾਈਟਲੀ ਮੈਨੀ ਆਈਗਨ ਵੈਕਟਰਸ। ਬਟ ਇੱਕ ਆਈਗਨ ਵੈਲਿਊ ਦੇ ਕਰਸਪੋਂਡਿੰਗ ਇਨਫਾਈਨਾਈਟਲੀ ਆਈਗਨ ਵੈਕਟਰ ਹੁੰਦੇ ਆ, ਬਟ ਇੱਕ ਆਈਗਨ ਵੈਕਟਰ ਦੇ ਕਰਸਪੋਂਡਿੰਗ ਇੱਕ ਤੋਂ ਜ਼ਿਆਦਾ ਆਈਗਨ ਵੈਲਿਊਜ਼ ਨਹੀਂ ਹੋ ਸਕਦੀਆਂ। ਠੀਕ ਹੈ ਜੀ, ਯਾਦ ਰੱਖਿਓ। ਨੈਕਸਟ ਆ ਜਾਂਦਾ ਹੈ ਕਿ ਅਗਰ ਤੁਸੀਂ ਇੱਕ ਆਈਗਨ ਵੈਲਿਊ ਦੇ ਕਰਸਪੋਂਡਿੰਗ ਇੱਕ ਆਈਗਨ ਵੈਕਟਰ ਲੈਂਦੇ ਹੋ, ਮੀਨਸ ਜਿਵੇਂ ਲੈਮਡਾ 1 ਦੇ ਕਰਸਪੋਂਡਿੰਗ x1 ਲਿੱਤਾ, ਲੈਮਡਾ 2 ਦੇ ਕਰਸਪੋਂਡਿੰਗ x2 ਲਿੱਤਾ, ਲੈਮਡਾ m ਦੇ ਕਰਸਪੋਂਡਿੰਗ xm ਲਿੱਤਾ, ਤਾਂ ਜਿਹੜਾ ਇਹ ਸੈੱਟ ਹੈ ਆਈਗਨ ਵੈਕਟਰਸ ਦਾ ਜਿਹੜੇ ਕਿ ਡਿਫਰੈਂਟ ਆਈਗਨ ਵੈਲਿਊਜ਼ ਤੋਂ ਬਣ ਕੇ ਆਉਂਦੇ ਨੇ, ਉਹ ਸੈੱਟ ਕੀ ਹੁੰਦਾ ਲੀਨੀਅਰਲੀ ਇੰਡੀਪੈਂਡੈਂਟ। ਬਟ ਜਦੋਂ ਤੁਸੀਂ ਇੱਕ ਸੈੱਟ ਦੇ ਵਿੱਚ ਇੱਕ ਆਈਗਨ ਵੈਲਿਊ ਦੀਆਂ ਹੀ ਦੋ ਆਈਗਨ ਵੈਕਟਰ ਇਨਕਲੂਡ ਕਰ ਦਿੰਦੇ ਹੋ ਤਾਂ ਉਹ ਸੈੱਟ ਬਣ ਜਾਂਦਾ ਲੀਨੀਅਰਲੀ ਡਿਪੈਂਡੈਂਟ ਸੈੱਟ, ਕਿਉਂਕਿ ਉਹ ਇੱਕ ਦੂਜੇ ਦੇ ਮਲਟੀਪਲਸ ਹੋ ਜਾਂਦੇ ਨੇ। ਠੀਕ ਹੈ। ਨੈਕਸਟ ਤੁਹਾਡੇ ਕੋਲ ਆ ਜਾਂਦਾ ਹੈ ਕਿ ਪ੍ਰੂਫ ਕਰਨਾ ਹੈ ਕਿ ਜਿਹੜੇ ਵੀ ਕੋਈ ਹਰਮੀਸ਼ੀਅਨ ਮੈਟ੍ਰਿਕਸ ਹੈ ਉਹਦੀਆਂ ਜਿਹੜੀ ਕਰੈਕਟਰਿਸਟਿਕ ਰੂਟਸ ਨੇ ਮੀਨਸ ਆਈਗਨ ਵੈਲਿਊਜ਼ ਨੇ ਉਹ ਸਾਰੇ ਦੀਆਂ ਸਾਰੀਆਂ ਰੀਅਲ ਹੁੰਦੀਆਂ। ਠੀਕ ਹੈ। ਤਾਂ ਇਹ ਰਿਜ਼ਲਟ ਬੱਚੇ ਸਾਰੇ ਤੁਸੀਂ ਯਾਦ ਰੱਖਣੇ ਹੈ। ਅਤੇ ਇਹ ਐਨੀ two characteristic corresponding to two distinct roots of an Hermitian matrix are orthogonal. The characteristic roots of a unitary matrix are of unit modulus, means कि अगर कोई matrix unitary है तो उन्हें जिहड़ियां eigen values होणगियां ਉਹ ਉਹਨਾਂ ਦਾ मैग्नीट्यूड या ਉਹਨਾਂ ਦਾ modulus कितना होगा 1। ठीक है जी। ਇਹਦੇ ਵਿੱਚੋਂ ਬੱਚੇ ਬਾਕੀ ਦੇ ਆਰਟੀਕਲ ਨੈਕਸਟ ਆ ਜਾਂਦਾ ਕਰੈਕਟਰਿਸਟਿਕ ਇਕੁਏਸ਼ਨ ਕੀ ਹੁੰਦੀ ਹੈ ਮੈਟ੍ਰਿਕਸ ਦੀ, ਜਿਹੜੀ ਆਪਾਂ ਨੇ ਇਹ ਗੱਲ ਕਹੀ ਸੀ ਕਿ ਲੈਮਡਾ ਆਈਗਨ ਵੈਲਿਊ ਤਦ ਹੋਊਗਾ ਅਗਰ ਡਿਟਰਮੀਨੈਂਟ ਆਫ A ਮਾਈਨਸ ਲੈਮਡਾ ਆਈ 0 ਹੋਊਗਾ। ਤਾਂ ਜੋ ਇਕੁਏਸ਼ਨ ਤੁਹਾਡੇ ਕੋਲ ਡਿਟਰਮੀਨੈਂਟ ਆਫ A ਮਾਈਨਸ ਲੈਮਡਾ ਆਈ ਇਕੁਅਲ ਟੂ 0 ਕਰਕੇ ਆਣੀ ਹੈ
ਜਿਹੜੀ ਇਹ ਇਕੁਏਸ਼ਨ ਬਣੂਗੀ ਇਹ ਤੁਹਾਡੇ ਕੋਲ ਇਨ ਲੈਮਡਾ ਬਣੂਗੀ, ਇਹਦੇ ਵਿੱਚ ਵੇਰੀਏਬਲ ਕੌਣ ਹੋਊਗਾ ਲੈਮਡਾ, ਅਤੇ ਜਿਹੜੀ ਇਹ ਇਕੁਏਸ਼ਨ ਬਣੂਗੀ ਉਹਨੂੰ ਆਪਾਂ ਬੋਲ ਦਿੰਦੇ ਹਾਂ ਕਰੈਕਟਰਿਸਟਿਕ ਇਕੁਏਸ਼ਨ ਆਫ ਦ ਮੈਟ੍ਰਿਕਸ। ਠੀਕ ਹੈ ਜੀ, ਤਾਂ ਕਰੈਕਟਰਿਸਟਿਕ ਇਕੁਏਸ਼ਨ ਕੀ ਹੋਊਗੀ, ਏ ਮਾਈਨ ਡਿਟਰਮੀਨੈਂਟ ਆਫ ਏ ਮਾਈਨਸ ਲੈਮਡਾ ਇਕੁਅਲ ਟੂ 0, ਅਤੇ ਇਸ ਇਕੁਏਸ਼ਨ ਦਾ ਜਿਹੜਾ ਰੂਟ ਆਉਣਾ ਹੈ, ਵੈਲਿਊ ਆਉਣੀ ਹੈ, ਉਹ ਕੀ ਹੋ ਜੂਗੀ ਤੁਹਾਡੇ ਕੋਲ ਆਈਗਨ ਵੈਲਿਊ। ਠੀਕ ਹੈ ਜੀ, ਹਾਂਜੀ ਇਹਦੇ ਵਿੱਚੋਂ ਵਿੱਚ ਤੁਸੀਂ ਡੈਫੀਨੇਸ਼ਨਸ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਧਿਆਨ ਨਾਲ ਕਰਨੀਆਂ ਨੇ, ਜਿਹੜੀਆਂ ਇਹਦੇ ਨਾਲ ਰਿਲੇਟਿਡ ਐਗਜ਼ਾਮਪਲਸ ਨੇ ਉਹ ਮੈਂ ਤੁਹਾਨੂੰ ਨੈਕਸਟ ਲੈਕਚਰ ਦੇ ਵਿੱਚ ਕਰਵਾਉਂਗੀ, ਜੋ ਕਿ ਆਪਾਂ ਕੱਲ੍ਹ ਕਰਾਂਗੇ। ਇਹਨਾਂ ਦੇ ਵਿੱਚ ਕੋਈ ਅਗਰ ਕਿਸੇ ਨੂੰ ਕੋਈ ਡਾਊਟ ਹੁੰਦਾ ਹੈ ਤਾਂ ਤੁਸੀਂ ਨਾਲ ਦੀ ਨਾਲ ਬੱਚੇ ਕਲੀਅਰ ਕਰ ਲਿਆ ਕਰੋ, ਆਪਣਾ ਐਕਸਰਸਾਈਜ਼ ਵੀ ਨਾਲ ਦੀ ਨਾਲ ਸੋਲਵ ਕਰਦੇ ਜਾਣੀ ਹੈ ਤੁਸੀਂ। ਓਕੇ।